मिल पियो पाई अमृत सतगुरु नाम 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 मिल पियो पाई अमृत सत स्वामी जी महाराज शब्द 19वां। सोता मन कस जागे पाई सो उपाओ मैं करूं बखान सोता मन कस जागे पाई सो उपाओ मैं करूं बखान। ये बाणी स्वामी जी महाराज दी है। हजूर स्वामी जी महाराज मन दे बारे फरमा रहे है कि साडा मन सुत्ता है, इहदे जगाण वास्ते गुरु साहब जी फरमा रहे हैं कि मैं की उपाय करा, किस तरीके नाल मैं इसनूं जगावां। तमाम दुनिया जो कर्म कर रही है उस कर्म दे नाल असी चाहुंदे हां कि साडा मन जाग जाए, हुशियार हो जाए, अपने घर पहुँच जाए। ये भी अपने घर तो बाहर निकलिया है, ये ब्रह्म दी अंश है, ये छोटी जी ताकत नहीं, ये भी अपने घर चों बाहर है। इसने भी अपने घर पहुँचना है तो किस तरीके नाल सुरत की मदद इत लैनी है, ये सुरत ने मदद इसकी लैनी, तद अपने घर पहुँचना है। हुण गुरु साहब जी फरमा रहे हैं कि मन सुता है, मैं केड़ा उपाय करा, किस तरीके नाल जगावां। अगे फरमाउंदे हाँ जी। सोता मन कस जागे पाई सो उपाय मैं करूं बखान। तीरथ करे बरत भी राखे विद्या पढ़ के हुए सुजान। गुरु साहब जी बड़े प्यार दे नाल फरमा रहे हैं कि असी इस मन नूं जगाण वास्ते तीर्थ भी करते हैं, वर्त भी करते हैं और विद्वान भी हो जाते हैं, लेकिन ये मन जागदा नहीं। असी जो काम करते हैं उहदे विच असी हंकारी हो जाने। विद्वान दे बारे गुरु साहब जी फरमाउंदे है कि बेदिया पढ़ के हंकारी हो जाते हैं। 4 वेद पढ़ ले, 6 शास्त्र पढ़ ले, 9 विक्रम पढ़ ले, 27 सिमरतियाँ पढ़ ली, पुराण 18 पुराण पढ़ ले। इसने सब कुछ पढ़ लिया और सारियां बोलियां सीख गया। इसनों चंडूल पैंछी की मिसाल दे के गुरु साहब जी फरमाउंदे है कि चंडूल पैंछी की तरह हो गया। चंडूल पैंछी एक बड़े बड़े जंगलों दे विच रहिंदे है, हर एक बोली वो जानते है। जदों कोई उन्हां दे पास आउंदा है उसनूं खा जांदे है। पशु की बोली होवे, परिंदे की बोली, जदों परिंदे ने कोल आउणा है उन्होंने खा जाना। बंदे की बोली बोली, बंदा कोल आया बंदे नूं खा गया।
ਸੋ ਸਾਹਿਬ ਵਿਦਵਾਨ ਜਿਹੜੇ ਬੜੇ ਬੜੇ ਉਹਨਾਂ ਦੇ ਬਾਰੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਵਿਦਿਆ ਵੀ ਪੜ੍ਹ ਕੇ ਸੁਜਾਨ ਹੋਏ, ਲੇਕਿਨ ਮਨ ਨਹੀਂ ਜਾਗਿਆ, ਮਨ ਹੰਕਾਰੀ ਰਿਹਾ, ਸੁੱਤਾ ਰਿਹਾ। ਇਹ ਜੇ ਕੋਈ ਸਮਝ ਨਹੀਂ ਆਈ। ਅਸੀਂ ਇਹਨੂੰ ਜਗਾਉਣ ਵਾਸਤੇ ਸਾਰੇ ਕਰਮ ਕਰਦੇ ਹਾਂ, ਸਾਡੇ ਕਰਮ ਸਭ ਫੇਲ ਹੋ ਜਾਂਦੇ ਆ। ਹਾਂਜੀ। तीरथ करे बरत भी राखे, विद्या पढ़ के सुजान, जप तप संजम बहु विद तारे, मोनी हुए नदान। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜਪ ਤਪ ਕੀਤੇ ਔਰ ਮੌਨ ਰੱਖ ਲਏ ਲੋਕਾਂ ਨੂੰ ਦੱਸਣ ਵਾਸਤੇ। ਤਪੱਸਿਆਂ ਦੇ ਬਾਰੇ ਹਜ਼ੂਰ ਫਰਮਾਉਂਦੇ ਹੁੰਦੇ ਸੀ ਕਿ ਉਹਨਾਂ ਕੋਲੋਂ ਗ੍ਰਸਤੀ ਲੋਕ ਜਿਹੜੇ ਹੈ ਉਹ ਚੰਗੇ ਹੈ। ਤਪੱਸੀ ਨੇ 5 ਧੂਣੀਆਂ ਬਾਹਰ ਲਾ ਲਈਆਂ, 5 ਅੰਦਰ ਉਸ ਦੇ ਕਾਮ ਕ੍ਰੋਧ ਦੀਆਂ ਲੱਗੀਆਂ, 10 ਹੋ ਗਈਆਂ। ਗ੍ਰਸਤੀ ਬੰਦੇ ਦੇ ਲੱਗੀਆਂ ਹੋਣਗੀਆਂ ਤੇ 5 ਲੱਗੀਆਂ ਹੋਣਗੀਆਂ, 10 ਤੇ ਨਹੀਂ ਲੱਗੀਆਂ ਹੋਣਗੀਆਂ। ਫਿਰ ਜਿਨ੍ਹਾਂ ਦਾ ਬਾਲਣ ਲਿਆ ਉਹਨਾਂ ਦੇ ਦੇਣਦਾਰ ਬਣ ਗਏ, ਜਿਨ੍ਹਾਂ ਦਾ ਖਾਣਾ ਖਾਧਾ ਉਹਨਾਂ ਦੇ ਦੇਣਦਾਰ ਬਣ ਗਏ। ਗ੍ਰਸਤੀ ਬੰਦਾ ਜਿਹੜਾ ਉਹ ਕਿਸੇ ਦਾ ਦੇਣਦਾਰ ਤਾਂ ਨਹੀਂ ਬਣੇਗਾ, ਆਪਣੀ ਮਿਹਨਤ ਕਰੇਗਾ, ਮਿਹਨਤ ਵਿੱਚੋਂ ਕੁਛ ਉਹ ਦਾਨ ਪੁੰਨ ਵੀ ਕਰਦਾ ਹੈ, ਕਿਸੇ ਗਰੀਬ ਗੁਰਬੇ ਦਾ ਭਲਾ ਕਰਦਾ ਹੈ। ਤਪੱਸੀ ਕੋਲੋਂ ਹਜ਼ੂਰ ਫਰਮਾਉਂਦੇ ਹੁੰਦੇ ਸੀ ਕਿ ਗ੍ਰਸਤੀ ਲੋਕ ਚੰਗੇ। ਅਸੀਂ ਤਪੱਸਿਆ ਕਰਕੇ ਔਰ ਮੌਨ ਰੱਖ ਕੇ ਆਪਣੇ ਇਸ ਮਨ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਇਹ ਜਾਗਦਾ ਨਹੀਂ। ਮੌਨ ਦੇ ਬਾਰੇ ਅਸੀਂ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਜਿਹੜੇ ਸਾਧੂ ਮੌਨ ਰੱਖ ਲੈਂਦੇ ਹੈ, ਇੱਕੋ ਵਾਰ ਫਿਰ ਬੋਲਣਾ ਸ਼ੁਰੂ ਕਰ ਦਿੰਦੇ ਹੈ। ਮੌਨ ਵੀ ਕਰਮ ਕਰ ਜਾਂਦਾ ਹੈ। ਹੱਥ ਜਿਹੜਾ ਹੱਥ ਕਰਮ ਕਰ ਜਾਂਦਾ, ਅੱਖਾਂ ਕੰਮ ਕਰ ਜਾਂਦੀਆਂ। ਪੂਰਨ ਦੇ ਹੱਥ ਕਿਸ ਤਰ੍ਹਾਂ ਵੱਢੇ ਗਏ? ਪੂਰਨ ਦੀ ਸਾਖੀ ਹੈ ਕਿ ਪਿਛਲੇ ਜਨਮ ਦੇ ਵਿੱਚ ਉਹ ਮਹਾਤਮਾ ਮੌਨ ਰੱਖਿਆ ਸੀ, ਬੈਠਾ ਸੀ। ਉਹਦੇ ਪਾਸ ਕੋਈ ਕਸਾਈ ਗਾਂ ਲੈ ਕੇ ਆਇਆ, ਲਾਗੇ ਬੰਨ੍ਹ ਗਿਆ, ਆਪਣੇ ਹਥਿਆਰ ਤੇਜ਼ ਕਰਨ ਵਾਸਤੇ ਪਿੰਡ ਚਲਾ ਗਿਆ। ਗਾਂ ਨੇ ਰੱਸਾ ਹੌਲੀ ਹੌਲੀ ਚਬਦਿਆਂ ਚਬਦਿਆਂ ਰੱਸਾ ਟੁੱਟ ਗਿਆ, ਗਾਂ ਚਲਾ ਗਈ। ਜਦੋਂ ਆਇਆ ਪੁੱਛਿਆ ਕਿ ਮਹਾਤਮਾ ਨੂੰ, ਮਹਾਤਮਾ ਮੈਂ ਤੇਰੇ ਪਾਸ ਗਾਂ ਬੰਨ੍ਹ ਗਿਆ ਸੀ, ਕਿੱਧਰ ਗਈ ਹੈ ਮੇਰੀ ਗਾਂ? ਤੂੰ ਬੋਲਦਾ ਨਹੀਂ। ਉੱਚੇ ਨੀਵੇਂ ਲਫ਼ਜ਼ ਉਸ ਨੂੰ ਕਹੇ, ਸਿਰਫ ਉਸ ਨੇ ਉਂਗਲ ਕੀਤੀ ਵੇ ਇੱਧਰ ਗਈ ਹੈ। ਉਧਰ ਕਸਾਈ ਚਲਾ ਗਿਆ, ਗਾਂ ਲੱਭ ਗਈ। ਉਸ ਨੇ ਮਾਰ ਟੋਕ ਕੇ ਉਹਦੀ ਖਲੜੀ ਵੀ ਲਾ ਦਿੱਤੀ। ਉਹਦੀ ਰੂਹ ਜਿਹੜੀ ਸੀ, ਉਹ ਰੂਹ ਇੱਕ ਰਾਜੇ ਦੇ ਘਰ ਜਾ ਕੇ ਲੜਕੀ ਪੈਦਾ ਹੋਈ। ਲੜਕੀ ਪੈਦਾ ਹੋਈ, ਉਧਰ ਜਿਹੜੀ ਗਾਂ ਸੀ ਉਹ ਲੜਕੀ ਪੈਦਾ ਹੋਈ, ਜਿਹੜਾ ਸਾਧੂ ਸੀ ਉਹ ਪੂਰਨ ਪੈਦਾ ਹੋਇਆ। ਪੂਰਨ ਸਲਵਾਨ ਦੇ ਘਰ ਪੈਦਾ ਹੋ ਗਿਆ। ਲੜਕੀ ਇੱਕ ਰਾਜੇ ਦੇ ਘਰ ਪੈਦਾ ਹੋ ਗਈ। ਉਹ ਗਾਂ ਦੀ ਰੂਹ ਜਿਹੜੀ ਸੀ, ਰਾਜੇ ਨੇ ਜੋਸਤੀ ਸੱਦ ਕੇ ਪੁੱਛਿਆ ਕਿ ਮੇਰੀ ਲੜਕੀ ਜਿਹੜੀ ਹੈ ਇਹ ਕੀ ਕੰਮ ਕਰੇਗੀ? ਉਹਨਾਂ ਜੋਸ਼ ਲਾ ਕੇ ਦੱਸਿਆ, ਰਾਜਾ ਇਸ ਨੂੰ ਮਾਰ ਦੇ ਜਾਂ ਜਲ ਪ੍ਰਵਾਹ ਕਰ ਦੇ, ਇਹ ਬੜੀ ਹੋ ਕੇ ਤੇਰਾ ਨਾਮ ਬਦਨਾਮ ਕਰੇਗੀ। ਰਾਜੇ ਨੇ ਇੱਕ ਟਰੰਕ ਬਣਾਇਆ,
ਉਹਦੇ ਵਿੱਚ ਲੜਕੀ ਪਾਈ, ਸਭ ਉਹਦੇ ਗਹਿਣੇ ਗੱਟੇ ਪਾ ਲਏ, ਲੀੜਾ ਕੱਪੜਾ ਵਿੱਚ ਪਾ ਦਿੱਤਾ, ਦਰਿਆ 'ਚ ਰੋੜ ਦਿੱਤੀ। ਪੀਪਾ ਭਗਤ ਕਿਤੇ ਇਸ਼ਨਾਨ ਕਰਦਾ ਸੀ, ਉਸ ਨੂੰ ਟਰੈਂਕ ਲੱਭ ਗਿਆ। ਉਹ ਟਰੈਂਕ ਲੱਭ ਗਿਆ, ਘਰ ਲੈ ਗਿਆ। ਉਹਦੇ ਘਰ ਔਲਾਦ ਨਹੀਂ ਸੀ। ਜਦੋਂ ਉਹਨੇ ਖੋਲ੍ਹਿਆ, ਉਹ ਲੜਕੀ ਵਿੱਚ ਬਹੁਤ ਖੂਬਸੂਰਤ ਜਿਉਂਦੀ ਸੀ। ਬੜੇ ਖੁਸ਼ ਹੋਏ ਕਿ ਚਲੋ ਪਰਮਾਤਮਾ ਨੇ ਸਾਨੂੰ ਇਸ ਤਰ੍ਹਾਂ ਤਾਂ ਨਹੀਂ ਦਿੱਤੀ ਔਲਾਦ, ਸਾਨੂੰ ਇਸ ਤਰ੍ਹਾਂ ਮਿਲ ਗਈ ਹੈ। ਉਹਨਾਂ ਸੇਵਾ ਕੀਤੀ, ਲੜਕੀ ਨੌਜਵਾਨ ਹੋਈ। ਕਿਤੇ ਸਲਵਾਨ ਬਾਹਰ ਗਿਆ ਸੀ, ਘੋੜੇ 'ਤੇ ਚੜ੍ਹਿਆ, ਖੂਹ 'ਤੇ ਸਹੇਲੀਆਂ ਦੇ ਨਾਲ ਪਾਣੀ ਕੱਢਦੀ ਸੀ। ਸਲਵਾਨ ਨੇ ਪਾਣੀ ਮੰਗਿਆ, ਉਸਨੇ ਪਾਣੀ ਦਿੱਤਾ ਨਹੀਂ ਪੀਣ ਵਾਸਤੇ। ਸਲਵਾਨ ਨੇ ਪੁੱਛਿਆ ਕਿ ਲੜਕੀ ਕਿਹਦੀ ਹੈ? ਕਿਸੇ ਨੇ ਦੱਸਿਆ ਕਿ ਪੀਪੇ ਭਗਤ ਦੀ। ਉਹਨਾਂ ਪੀਪੇ ਨੂੰ ਸੱਦਿਆ ਕਿ ਲੜਕੀ ਦਾ ਸਾਗ ਦੇ ਦੇ। ਉਹਨਾਂ ਕਿਹਾ ਜੀ ਠੀਕ ਹੈ, ਮੈਂ ਗਰੀਬ ਹਾਂ, ਜੇ ਤੁਸੀਂ ਪਾਤਸ਼ਾਹ ਦਾ ਸਾਗ ਲੈਣਾ ਚਾਹੁੰਦੇ ਹੋ ਲੈ ਲਓ। ਮਤਲਬ ਕਿ ਸ਼ਾਦੀ ਹੋ ਗਈ, ਉਹ ਲੂਣਾ ਬਣ ਗਈ, ਉਧਰ ਪੂਰਨ ਬਣ ਗਿਆ। ਹੁਣ ਦੇਖੋ ਕਰਮ ਕਿਸ ਤਰ੍ਹਾਂ ਭੁਗਤਦਾ ਹੈ। ਜਦੋਂ ਪੂਰਨ ਪੈਦਾ ਹੋਇਆ ਤਦ ਉਹਨਾਂ ਜੋਸ਼ੀ ਸੱਦੇ ਕਿ ਕੀ ਕੰਮ ਕਰੇਗਾ, ਤਾਂ ਜੋਸ਼ੀਆਂ ਨੇ ਕਿਹਾ ਕਿ ਇਹਨੂੰ 12 ਸਾਲੇ ਦੇ ਮੁੱਖ ਨਾ ਲੱਗੀ, ਇਹਨੂੰ ਭੋਰੇ 'ਚ ਪਾ ਦੇ। 12 ਸਾਲ ਪੂਰਨ ਭੋਰੇ 'ਚ ਰਿਹਾ। ਉਹਦੇ ਬਾਅਦ ਜਦੋਂ ਬਾਹਰ ਆਇਆ ਤਾਂ ਰਾਜੇ ਨੇ ਉਹਨੂੰ ਸੱਦ ਕੇ ਕਿਹਾ ਕਿ ਜਾ ਆਪਣੀਆਂ ਮਾਤਾ ਨਾਲ ਮਿਲਾ, ਇੱਕ ਤੇਰੀ ਲੂਣਾ ਮਾਤਾ, ਇੱਕ ਤੇਰੀ ਅਸ਼ਰਾ ਮਾਤਾ ਹੈ। ਜਦੋਂ ਮਿਲਣ ਗਿਆ, ਉਹ ਲੂਣਾ ਜਿਹੜੀ ਸੀ ਉਹ ਤੇ ਉਹਨੇ ਬਦਲਾ ਲੈਣਾ ਹੀ ਲੈਣਾ ਸੀ। ਉਹਦੇ 'ਤੇ ਬੇਈਮਾਨ ਹੋ ਗਈ। ਲੇਕਿਨ ਪੂਰਨ ਜਿਹੜਾ ਸੀ ਆਪਣੇ ਸੱਤ ਵਿੱਚ ਰਿਹਾ, ਬਾਹਰ ਆ ਗਿਆ। ਪਾਤਸ਼ਾਹ ਨਾਲ ਕਈ ਉਸਨੇ ਲੱਛਣ ਕੀਤੇ, ਉਹਦੀਆਂ ਸ਼ਿਕਾਇਤਾਂ ਲਾਈਆਂ। ਉਹਦੇ ਹੱਥ ਪੈਰ ਵੱਢਣ ਦਾ ਪਾਤਸ਼ਾਹ ਨੇ ਇਰਾਦਾ ਬਣਾ ਲਿਆ ਕਿ ਸਵੇਰੇ ਮੈਂ ਸੱਦ ਕੇ ਉਹਦੇ ਹੱਥ ਪੈਰ ਵੜਾ ਦਿਆਂਗਾ। ਹੱਥ ਪੈਰ ਸਿਰਫ ਉਂਗਲ ਕੀਤੀ ਉਸਨੇ ਉਸ ਪਾਸੇ, ਉਂਗਲ ਦਾ ਕਰਮ ਜਿਹੜਾ ਸੀ ਉਹ ਭੁਗਤਣਾ ਪਿਆ। ਹੱਥ ਪੈਰ ਵੱਢ ਕੇ ਖੂਹ 'ਚ ਸੁੱਟ ਦਿੱਤਾ। ਭਾਈ ਕਰਮ ਜਿਹੜਾ ਹੈ ਉਹ ਤੇ ਹੱਥ ਵੀ ਕਰਦਾ ਹੈ, ਪੈਰ ਵੀ ਕਰਦਾ ਹੈ, ਅੱਖਾਂ ਵੀ ਕਰਦੀਆਂ ਨੇ, ਮੂੰਹ ਵੀ ਕਰਦਾ ਹੈ। ਮੂੰਹ ਨਾਲ ਕਿਸੇ ਨੂੰ ਮੰਦਾ ਬੋਲਾਂਗੇ ਉਹ ਵੀ ਸਾਡਾ ਕਰਮ ਬਣ ਜਾਂਦਾ। ਕਰਮ ਤੇ ਭੁਗਤਣਾ ਪੈਂਦਾ, ਕਿਸੇ ਵੇਲੇ ਵੀ ਭੁਗਤਣਾ ਪੈਂਦਾ। ਇਹ ਰਿਸ਼ੀਆਂ ਮੁਨੀਆਂ ਬੜੇ ਬੜੇ ਜਿਨ੍ਹਾਂ ਦੇ ਅਸੀਂ ਅੱਜ ਜਿਨ੍ਹਾਂ ਪਾਸੋਂ ਮੁਕਤੀਆਂ ਮੰਗਦੇ ਹਾਂ, ਪਰਮਾਤਮਾ ਕਹਿੰਦੇ ਆ ਉਹਨਾਂ ਨੂੰ ਵੀ ਕਰਮ ਭੁਗਤਣਾ ਪਿਆ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਮੌਨ ਵੀ ਰੱਖ ਲਿਆ, ਕਰਮ ਫਿਰ ਵੀ ਬਣ ਗਿਆ। ਕਰਮ ਬਣ ਗਿਆ। ਮੌਨ ਕਿਸ ਵਾਸਤੇ ਰੱਖਿਆ? ਕੋਈ ਕਰਮ ਨਾ ਬਣੇ, ਅਸੀਂ ਕਿਸੇ ਨੂੰ ਬੋਲੀਏ ਨਾ, ਮੰਦਾ ਨਾ ਬੋਲੀਏ, ਚੰਗਾ ਬੋਲੀਏ, ਈਸ਼ਵਰ ਵੱਲ ਧਿਆਨ ਰੱਖੀਏ। ਲੇਕਿਨ ਹੱਥ ਕਰਨ ਨਾਲ ਵੀ ਕਰਮ ਬਣ ਗਿਆ। ਇਸ ਵਾਸਤੇ ਸ਼ਬਦ ਅਭਿਆਸੀ ਮਹਾਂਪੁਰਖ ਜਿਹੜੇ ਆਉਂਦੇ ਹੈ ਉਹ ਕਹਿੰਦੇ ਆ ਭਾਈ ਤੂੰ ਕਰਮ ਬਣਾ ਨਾ। ਕਰਮ ਤੇਰੇ ਪੈਰ ਵੀ ਬਣਾ ਸਕਦੇ, ਹੱਥ ਵੀ ਬਣਾ ਸਕਦੇ, ਤੇਰੀਆਂ ਅੱਖਾਂ ਵੀ ਬਣਾ ਸਕਦੀਆਂ, ਕੰਨ ਵੀ ਬਣਾ ਸਕਦੇ। ਕੰਨਾਂ ਨਾਲ ਅਸੀਂ ਕਿਸੇ ਦੀ ਗੱਲ ਗਲਤ ਸੁਣਾਂਗੇ, ਦੇਖਿਆ ਅਸੀਂ ਕੁਝ ਨਹੀਂ, ਉਹਦਾ ਝਗੜਾ ਕਰ ਲੈਂਦੇ ਹਾਂ, ਉਹਦੇ ਵਿੱਚ ਹੀ ਸਾਡਾ ਕਰਮ ਬਣ ਜਾਂਦਾ ਹੈਗਾ। ਬੋਲਣ ਵਿੱਚ ਸਾਡਾ ਕਰਮ ਬਣ ਜਾਂਦਾ। ਜਿਹੜੇ ਸ਼ਬਦ ਅਭਿਆਸੀ ਮਹਾਂਪੁਰਖ ਨੇ ਉਹ ਕਹਿੰਦੇ ਆ ਤੂੰ ਕੁਝ ਵੀ ਨਾ ਕਹੋ, ਕੁਛ ਵੀ ਨਹੀਂ ਕਹਿਣਾ ਚਾਹੀਦਾ ਤੈਨੂੰ ਤੇ ਬੁਰੇ ਦਾ। ਜਿਸ ਤਰ੍ਹਾਂ ਕਿਹਾ ਹੈ, ਬਾਬੇ ਫਰੀਦ ਨੇ ਕਿਹਾ
ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਡਾਏ, ਦੇਈ ਰੋਗ ਨਾ ਲੱਗ ਸੀ, ਪੱਲੇ ਸਭ ਕੁਝ ਪਏ। ਬਾਬਾ ਫਰੀਦ ਜੀ ਕਹਿੰਦੇ ਹੈ, ਫਰੀਦ ਜੇ ਕੋਈ ਅੱਗੇ ਬੁਰਾ ਤਾਂ ਉਹਦਾ ਭਲਾ ਕਰ, ਤੂੰ ਆਪਣੇ ਮਨ 'ਚ ਗੁੱਸਾ ਨਾ ਕਰੀਂ, ਤੇਰੀ ਦੇਹੀ ਨੂੰ ਰੋਗ ਨਹੀਂ ਲੱਗੇਗਾ, ਤੇਰੇ ਪੱਲੇ ਸਭ ਕੁਝ ਰਹੇਗਾ। ਜਿਹੜਾ ਅਗਲਾ ਤੇਰੇ ਨਾਲ ਗੁੱਸਾ ਕਰੇਗਾ ਉਹਦੇ ਪੱਲੇ ਕੁਛ ਨਹੀਂ ਰਹਿਣਾ, ਤੇਰੇ ਪੱਲੇ ਸਭ ਕੁਝ ਰਹੇਗਾ। ਇਸ ਵਾਸਤੇ ਫਰੀਦ ਦੀ ਬਾਣੀ ਬੜੀ ਲਾਹ ਧੜਕ ਹੈ। ਉਹਨਾਂ ਨੇ ਬੜੀ ਕਰੜੀ ਸੇਵਾ ਕੀਤੀ ਹੈ। ਜਿੰਨੀ ਕੁ ਉਹਨਾਂ ਸੇਵਾ ਜਣੇ ਤਪੱਸਿਆ ਕੀਤੀ ਹੈ, ਇੰਨੀ ਸ਼ਾਇਦ ਕਿਸੇ ਕੀਤੀ ਹੋਵੇ ਜਾਂ ਨਹੀਂ। ਜੰਗਲਾਂ ਵਿੱਚ ਰਹਿ ਕੇ ਪੱਤੇ ਖੋਰ ਖਾ ਕੇ, ਮੰਦੇ ਹਾਲ ਜੰਗਲਾਂ 'ਚ ਰਹਿਣਾ, ਪੱਤੇ ਖੋਰ ਖਾਣੇ, ਕਿਸ ਤਰ੍ਹਾਂ ਸੇਵਾ ਜਣੇ ਤਪੱਸਿਆ ਕੀਤੀ। ਸੋ ਸੰਤ ਮਹਾਂਪੁਰਖ ਜਿਹੜੇ ਸ਼ਬਦ ਅਭਿਆਸੀ ਮਹਾਂਪੁਰਖ ਨੇ, ਉਹ ਸਾਨੂੰ ਇਹੀ ਸਮਝਾਉਂਦੇ ਆ ਕਿ ਭਾਈ ਜਿਨ੍ਹਾਂ ਚੀਜ਼ਾਂ ਦੇ ਨਾਲ ਤੂੰ ਮਨ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ, ਇਹਨਾਂ ਨਾਲ ਅਸੀਂ ਹੰਕਾਰੀ ਹੋ ਜਾਂਦੇ ਹਾਂ। ਤਪੱਸਿਆ ਕਰਕੇ ਹੰਕਾਰੀ ਹੋ ਜਾਂਦੇ ਹਾਂ, ਤੀਰਥ ਕਰਕੇ ਹੰਕਾਰੀ ਹੋ ਜਾਂਦੇ ਹਾਂ, ਸਾਡੇ 'ਚ ਮਾਣ ਆ ਜਾਂਦਾ ਹੈ। ਕੋਈ ਸੇਵਾ ਕਰਕੇ ਕਿਸੇ ਦੀ ਅਸੀਂ ਮਾਣ ਕਰ ਲੈਂਦੇ ਹਾਂ, ਸਾਡਾ ਮਨ ਫਿਰ ਉਸੇ ਤਰ੍ਹਾਂ ਰਹਿੰਦਾ ਹੈ। ਹਾਂਜੀ। ਜਪ ਤਪ ਸੰਜਮ ਬਹੁ ਬਿਦ ਤਾਰੇ, ਮੋਨੀ ਹੁਏ ਨਦਾਨ, ਆਸ ਉਪਾਓ ਹਮ ਬਹੁ ਤਕ ਕੀਨੇ, ਤੋ ਵੀ ਇਹ ਮਨ ਜਗਾਨਾਯਾਨ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਅਸੀਂ ਸਾਰੇ ਪਾਉ ਕੀਤੇ ਹੈ, ਲੇਕਿਨ ਸਾਡਾ ਮਨ ਜਾਗਿਆ ਨਹੀਂ। ਇਹ ਜੋ ਵੀ ਕਰਮ ਕਰਨੇ ਸੀ ਅਸੀਂ ਕੀਤੇ ਹੈ, ਲੇਕਿਨ ਮਨ ਜਾਗਿਆ ਨਹੀਂ। ਮਨ ਨੂੰ ਸਹੁੰ ਹੋਰ ਜੰਗਾਲ ਚੜ੍ਹਦੇ ਰਹੇ, ਹੰਕਾਰੀ ਹੁੰਦਾ ਰਿਹਾ, ਮਾਨੀ ਹੁੰਦਾ ਰਿਹਾ, ਮੈਂ ਤਪੱਸਿਆ ਕੀਤੀ ਹੈ, ਜਾਂ ਮੈਂ ਵਿਦਵਾਨ ਬਣ ਗਿਆ, ਜਾਂ ਮੈਂ ਮੌਨ ਰੱਖ ਲਿਆ। ਇਹ ਹੋਰ ਮਾਣ ਹੰਕਾਰ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਹਾਂਜੀ। ਆਸ ਉਪਾਓ ਹਮ ਬਹੁ ਤਕ ਕੀਨੇ, ਤੋ ਵੀ ਇਹ ਮਨ ਜਗਾਨਾਯਾਨ। ਖੋਜਤ ਖੋਜਤ ਸਤਿਗੁਰ ਪਾਏ, ਉਨ ਇਹ ਜੁਗਤ ਕਹੀ ਪਰਮਾਨ। ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਫਰਮਾ ਰਹੇ ਹੈ ਕਿ ਖੋਜਤ ਖੋਜਤ ਸਤਿਗੁਰ ਪਾਏ। ਖੋਜ ਕਰਦਾ ਕਰਦਾ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ, ਗੁਰੂ ਦੱਤ ਨੇ 24 ਗੁਰੂ ਧਾਰੇ। ਖੋਜ ਕਰਦੇ ਰਹੇ, ਜਿਲੇ 24ਵਾਂ ਗੁਰੂ ਮਿਲਿਆ, 5 ਨਾਮ ਦਾ ਅਭਿਆਸੀ। ਫਿਰ ਉਸਨੇ ਸਾਰਿਆਂ ਨੂੰ ਪ੍ਰਣਾਮ ਕੀਤੀ, ਸਾਰਿਆਂ ਦਾ ਸਤਿਕਾਰ ਕੀਤਾ ਕਿ ਮੈਨੂੰ ਅੱਜ ਪੂਰਾ ਗੁਰੂ ਮਿਲਿਆ। ਹੁਣ ਮੈਨੂੰ ਪੂਰਾ ਗੁਰੂ ਮਿਲਿਆ, ਮੈਂ ਸਾਰਿਆਂ ਦਾ ਸਤਿਕਾਰ ਕਰਦਾ ਹਾਂ। ਇਸ ਵਾਸਤੇ ਜਦੋਂ ਵੀ ਜੀਵ ਖੋਜ ਕਰੇਗਾ, ਇਸ ਨੂੰ ਜ਼ਰੂਰ ਮਿਲ ਜਾਏਗਾ। ਲੇਕਿਨ ਅਸੀਂ ਖੋਜ ਤੋਂ ਬੜੇ ਅਧੂਰੇ ਰਹਿੰਦੇ ਹਾਂ। ਅਸੀਂ ਸ਼ਬਦ ਅਭਿਆਸੀ ਮਹਾਂਪੁਰਖਾਂ ਦੀ ਖੋਜ ਨਹੀਂ ਕਰਦੇ। ਅਸੀਂ ਦੇਖੋ ਦੇਖੀ, ਜਿਸ ਤਰ੍ਹਾਂ ਹਜ਼ੂਰ ਫਰਮਾਉਂਦੇ ਹੁੰਦੇ ਕਿ ਇੱਕ ਭੇਡ ਪਹਾੜ ਤੋਂ ਡਿੱਗੀ ਤਾਂ ਸਾਰੀਆਂ ਹੀ ਡਿੱਗ ਪਈਆਂ, ਕਿ ਬਾਕੀ ਵਾਲੀਆਂ ਕਹਿਣ ਲਈ ਕਿ ਅਸੀਂ ਪਿੱਛੇ ਕੀ ਕਰਨਾ, ਸਭ ਪਹਾੜ ਤੋਂ ਡਿੱਗ ਪਈਆਂ। ਸੋ ਸਾਡੀ ਹਾਲਤ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਖੋਜਤ ਖੋਜਤ ਸਤਿਗੁਰ ਪਾਏ। ਜਦੋਂ ਸ਼ਬਦ ਅਭਿਆਸੀ ਮਹਾਂਪੁਰਖ ਮਿਲਿਆ, ਉਸ ਨੇ ਜੁਗਤੀ ਦੱਸੀ, ਭਾਈ ਇਸ ਤਰੀਕੇ ਨਾਲ ਮਨ ਤਾਂ ਨਹੀਂ ਜਾਗਦਾ।
ਜਿਹੜੇ ਕਰਮ ਤੁਸੀਂ ਕਰ ਰਹੇ ਹੋ, ਇਹਨਾਂ ਕਰਮਾਂ ਦੇ ਨਾਲ ਮਨ ਜਾਗਦਾ ਨਹੀਂ। ਇਹ ਹੰਕਾਰੀ ਹੈ, ਸੁੱਤਾ ਮਸਤ ਹੋਇਆ ਹੈ। ਸਗੋਂ ਇਸ ਨੂੰ ਬਲ ਮਿਲ ਲਿਆ, ਇਸ ਨੂੰ ਤਾਕਤ ਮਿਲ ਰਹੀ ਹੈ ਜਿਹੜੇ ਅਸੀਂ ਕਰਮ ਕਰਦੇ ਹਾਂ। ਉਹਨਾਂ ਜੁਗਤੀ ਦੱਸੀ ਹੈ। ਹੁਣ ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਕਿ ਕੀ ਜੁਗਤੀ ਦੱਸੀ ਹੈ। ਹਾਂਜੀ। ਖੋਜਤ ਖੋਜਤ ਸਤ ਗੁਰ ਪਾਏ, ਉਨ ਇਹ ਜੁਗਤ ਕਹੀ ਪਰਮਾਨ। ਸਤ ਸੰਗ ਕਰੋ ਸੰਤ ਕੋ ਸੇਵੋ, ਤਨ ਮਨ ਕਰੋ ਕੁਰਬਾਨ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ। ਉਹਨਾਂ ਇਹ ਜੁਗਤੀ ਦੱਸੀ ਹੈ, ਸਤ ਸੰਗ, ਕਿਸੇ ਸਤ ਵਾਲੇ ਦਾ ਸੰਗ ਕਰੋ। ਸਤ ਵਾਲੇ ਦਾ ਸੰਗ ਕਰੋ, ਫਿਰ ਉਹਨਾਂ ਦੇ ਅੱਗੇ ਤੁਸੀਂ ਤਨ ਮਨ ਦੀ ਕੁਰਬਾਨੀ ਦੇ ਦਿਓ। ਜੋ ਵੀ ਤੁਹਾਨੂੰ ਤਰੀਕਾ ਦੱਸਦੇ ਹੈ ਉਹ ਤਰੀਕੇ ਦੇ ਚੱਲਣ ਦੀ ਕੋਸ਼ਿਸ਼ ਕਰੋ। ਜਿਸ ਤਰ੍ਹਾਂ ਮਹਾਰਾਜ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਬਾਣੀ ਦੇ ਵਿੱਚ ਕਿ ਉਹਨਾਂ ਨੇ ਸਤਿਗੁਰ ਨੂੰ ਸਿਰਫ ਸਤਿਗੁਰ ਦਾ ਰੁਤਬਾ ਨਹੀਂ ਦਿੱਤਾ, ਉਹਨਾਂ ਪਰਮੇਸ਼ਰ ਦਾ ਰੁਤਬਾ ਦਿੱਤਾ ਹੈ। ਗੁਰ ਪਰਮੇਸ਼ਰ ਪੂਜੀਏ, ਮਨ ਤਨ ਲਾਏ ਪਿਆਰ। ਜਿਨ੍ਹਾਂ ਨੇ ਅੰਦਰ ਦੇਖਿਆ ਹੈ ਉਹਨਾਂ ਨੇ ਬਾਹਰ ਲਿਖਿਆ ਹੈ ਕਿ ਕੌਣ ਹੈ ਅੰਦਰ ਇਹ ਕੰਮ ਚਲਾਉਣ ਵਾਲਾ, ਅੰਦਰ ਕਿਹੜੀ ਚੀਜ਼ ਹੈ। ਜਦੋਂ ਅੰਦਰ ਮਹਾਂਪੁਰਖ ਦੇਖਦੇ ਹੈ ਉਹਨਾਂ ਨੂੰ ਸਤਿਗੁਰ ਹੀ ਨਜ਼ਰ ਆਉਂਦਾ ਹੈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਕਿ ਅਸਤੂਲ ਸਰੀਰ ਦੇ ਨਾਲ ਸਿੱਖ ਦਾ ਪਿਆਰ ਹੁੰਦਾ ਹੈ। ਜਦੋਂ ਸਿੱਖ ਸੂਖਸ਼ਮ ਸਰੀਰ ਵਿੱਚ ਜਾਂਦਾ ਹੈ ਤਾਂ ਸਤਿਗੁਰ ਵੀ ਸੂਖਸ਼ਮ ਸਰੀਰ ਬਣ ਜਾਂਦਾ ਹੈ, ਉਹਨੂੰ ਅੰਦਰੋਂ ਨਜ਼ਰ ਉਹ ਹੀ ਆਉਂਦਾ ਹੈ। ਜਦੋਂ ਕਾਰਨ ਸਰੀਰ ਵੀ ਜਾਂਦਾ ਹੈ ਤਾਂ ਸਤਿਗੁਰ ਵੀ ਉਸੇ ਤਰ੍ਹਾਂ ਉਸ ਨੂੰ ਨਜ਼ਰ ਆਉਂਦਾ ਹੈ। ਜਦੋਂ ਇਸ ਤੋਂ ਅੱਗੇ ਜਾਂਦਾ ਹੈ, ਜਿਸ ਤਰ੍ਹਾਂ ਪਾਣੀ ਨਾਲ ਪਾਣੀ ਮਿਲ ਗਿਆ, ਲਾਈਟ ਨਾਲ ਲਾਈਟ ਮਿਲ ਗਈ, ਉਸ ਨੂੰ ਫਿਰ ਉਸੇ ਤਰ੍ਹਾਂ ਹੀ ਨਜ਼ਰ ਆਉਂਦਾ ਹੈ। ਉਹ ਸਿੱਖ ਜਿਹੜਾ ਅੰਦਰ ਦੇਖਦਾ ਹੈ ਉਹ ਬਾਹਰ ਫਿਰ ਉਸੇ ਤਰ੍ਹਾਂ ਕਹਿ ਦਿੰਦਾ ਹੈ ਕਿ ਬਗੈਰ ਸਤਿਗੁਰ ਦੇ ਕਰਨ ਕਾਰਨ ਕੌਣ ਹੈ। ਸਾਰੇ ਮਹਾਂਪੁਰਖਾਂ ਨੇ ਜਿਹਨੇ ਜਿਹਨੇ ਦੇਖਿਆ ਹੈ ਉਹਨਾਂ ਨੇ ਬਾਹਰ ਬਾਣੀ 'ਚ ਲਿਖਿਆ ਹੈ। ਹਾਂਜੀ। ਸਤ ਸੰਗ ਕਰੋ ਸੰਤ ਕੋ ਸੇਵੋ, ਤਨ ਮਨ ਕਰੋ ਕੁਰਬਾਨ। ਭਾਈ ਉਹ ਚੀਜ਼ ਜਿਹੜੀ ਹੈ, ਜੇ ਸਿੱਖ ਨੂੰ ਸਤਿਗੁਰ ਦੀ ਜ਼ਰੂਰਤ ਹੈ ਤੇ ਸਤਿਗੁਰ ਨੂੰ ਵੀ ਸਿੱਖ ਦੀ ਜ਼ਰੂਰਤ ਹੈ। ਜੇ ਸਿੱਖ ਨੂੰ ਸਤਿਗੁਰ ਦੀ ਜ਼ਰੂਰਤ ਹੈ ਤੇ ਸਿੱਖ ਨੂੰ ਵੀ ਸਤਿਗੁਰ ਦੀ ਜ਼ਰੂਰਤ ਹੈ। ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਰਾਜਾ ਜਨਕ ਜਦੋਂ ਉਸ ਨੂੰ ਇਹ ਖਿਆਲ ਆਇਆ ਕਿ ਘੋੜੇ ਦੀ ਰਕਾਬ 'ਤੇ ਪੈਰ ਰੱਖਦਿਆਂ ਮੈਨੂੰ ਗਿਆਨ ਹੋਣਾ ਚਾਹੀਦਾ, ਸਾਰੇ ਸ਼ਹਿਰ ਦੇ ਸਾਧੂ ਜਿਹੜੇ ਸੀ ਉਹਦੇ ਰਾਜ ਦੇ ਵਿੱਚ ਸਾਰਿਆਂ ਸੰਤਾਂ ਸਾਧੂਆਂ ਨੂੰ, ਜੋਗੀਆਂ ਜਗੀਸ਼ਰਾਂ ਨੂੰ ਸਾਰਿਆਂ ਨੂੰ ਬੁਲਾਇਆ, ਕਿਹਾ ਕਿ ਮੈਨੂੰ ਘੋੜੇ ਦੀ ਰਕਾਬ 'ਤੇ ਪੈਰ ਰੱਖਦਿਆਂ ਹੀ ਗਿਆਨ ਹੋਣਾ ਚਾਹੀਦਾ। ਹੁਣ ਗਿਆਨ ਕਿਸੇ ਨੇ ਲਿਆ ਹੀ ਨਹੀਂ ਤੇ ਦੇਣਾ ਕਿੱਥੋਂ ਸੀ। ਆਪਣੀ ਮਰਜ਼ੀ ਨਾਲ ਤੇ ਸਾਧੂ ਬਣ ਗਏ, ਕਿਸੇ ਨੇ ਭਗਵੇਂ ਕੱਪੜੇ ਪਾ ਲਏ, ਕਿਸੇ ਸਿਰ ਮਨਾ ਲਿਆ, ਕਿਸੇ ਜਟਾਂ ਰੱਖ ਲਈਆਂ, ਕਿਸੇ ਸਵਾਹ ਮਲ ਲਈ, ਕੋਈ ਨਾ ਕੋਈ ਆਪਣਾ ਵੇਸ਼ ਬਦਲ ਲਿਆ, ਸਾਧੂ ਬਣ ਗਏ। ਨਾ ਗਿਆਨ ਕਿਸੇ ਕੋਲੋਂ ਲਿਆ ਨਾ ਦੇ ਸਕੇ, ਸਾਰੇ ਚੁੱਪ ਕਰਕੇ ਬੈਠੇ ਰਹੇ। ਜਿਹੜਾ ਸਿੰਘਾਸਣ ਸਾਧੂਆਂ ਵਾਸਤੇ ਬਣਾਇਆ ਸੀ ਬਹਿਣ ਵਾਸਤੇ, ਉੱਥੇ ਅੱਗੇ ਕੋਈ ਨਾ ਵਧਿਆ। ਇੱਕ ਅਸ਼ਟਾਵਕਰ ਉਹਨਾਂ ਦੇ ਵਿੱਚ ਸਾਧੂ ਸੀ, ਉਹ ਉੱਠ ਕੇ ਉਸ ਸਿੰਘਾਸਣ 'ਤੇ ਬੈਠ ਗਿਆ।
ਸਾਰੇ ਹੱਸਣ ਲੱਗੇ। ਅਸ਼ਟਾਵਕਰ ਜਿਹੜਾ ਸੀ, ਤੁਰਦਿਆਂ ਵੀ ਉਸ ਨੂੰ ਕਈ ਵਾਲ ਲੱਗਦੇ ਸੀ, ਡਿੰਗਾ ਟੇਢਾ ਸਰੀਰ ਸੀ ਉਸ ਦਾ। ਸਾਰੇ ਹੱਸਣ ਲੱਗੇ, ਕਿੱਥੋਂ ਮਹਾਤਮਾ ਆਇਆ ਜਿਹੜਾ ਕਿ ਗਿਆਨ ਦੇਣ ਵਾਲਾ, ਇਹਦਾ ਸਰੀਰ ਹੀ ਚੰਗਾ ਨਹੀਂ। ਜਦੋਂ ਉਸ ਨੇ ਸਟੇਜ 'ਤੇ ਬੈਠਿਆਂ ਦੇਖਿਆ ਕਿ ਸਾਰੇ ਮੈਨੂੰ ਮਖੌਲ ਕਰ ਰਹੇ ਹੈ, ਮੈਨੂੰ ਹੱਸ ਰਹੇ ਹੈ, ਅਸ਼ਟਾਵਕਰ ਨੇ ਕਿਹਾ, ਉਹ ਸਾਧੂਓ, ਜੋਗੀਓ, ਜਗੀਸ਼ਰੋ, ਮੈਂ ਤੁਹਾਨੂੰ ਸਮਝਦਾ ਸੀ ਕਿ ਸਾਧ ਮੰਡਲੀ ਹੈ, ਲੇਕਿਨ ਤੁਸੀਂ ਚਮੜੇ ਦੀ ਪਛਾਣ ਕਰਨ ਵਾਲੇ ਹੋ, ਤੁਸੀਂ ਮੇਰੇ ਗਿਆਨ ਦੀ ਪਛਾਣ ਨਹੀਂ ਕੀਤੀ। ਤੁਸੀਂ ਚਮੜੇ ਦੀ ਪਛਾਣ ਕਰਨ ਵਾਲੇ ਹੋ, ਮੇਰੇ ਗਿਆਨ ਦੀ ਪਛਾਣ ਨਹੀਂ ਕੀਤੀ। ਰਾਜੇ ਨੂੰ ਕਿਹਾ, ਰਾਜਾ ਤੂੰ ਸਿੱਖ ਬਣਨਾ ਹੈ, ਤੂੰ ਨਾਮਦਾਨ ਲੈਣਾ ਹੈ? ਕਹਿੰਦਾ ਜੀ ਹਾਂ। ਤੈਨੂੰ ਪਤਾ ਹੈ ਕਿ ਸਿੱਖ ਬਣਨ ਦੀਆਂ ਸ਼ਰਤਾਂ ਕੀ ਹੁੰਦੀਆਂ ਨੇ? ਦੱਸੋ ਕੀ ਹੁੰਦੀਆਂ ਨੇ? ਤਨ ਮਨ ਧਨ ਦੀ ਕੁਰਬਾਨੀ ਦੇਣਾ ਪਏਗੀ ਤੈਨੂੰ। ਰਾਜਾ ਚੁੱਪ ਕਰ ਗਿਆ। ਜਾ ਕੇ ਸਲਾਹ ਕੀਤੀ ਆਪਣੇ ਵਜ਼ੀਰ ਦੀਵਾਨਾਂ ਦੇ ਨਾਲ, ਰਾਣੀਆਂ ਦੇ ਨਾਲ, ਕਿ ਇਹ ਸ਼ਰਤ ਹੈ ਕਿ ਤਨ ਮਨ ਧਨ ਦੀ ਕੁਰਬਾਨੀ ਦੇਣਾ ਪਏਗੀ। ਰਾਜੇ ਨੇ ਵਾਅਦਾ ਕਰ ਲਿਆ, ਜੀ ਮੈਂ ਕੁਰਬਾਨੀ ਦੇ ਦਿਆਂਗਾ। ਜਾਓ ਘੋੜਾ ਮੰਗਾਓ। ਤਵੇਲੇ 'ਚੋਂ ਘੋੜਾ ਲਿਆਂਦਾ। ਰਾਜਾ ਪੈਰ ਰੱਖਣ ਲੱਗਾ ਰਕਾਬ 'ਤੇ। ਅਸ਼ਟਾਵਕਰ ਨੇ ਕਿਹਾ, ਰਾਜਾ ਕੀ ਕਰਨ ਲੱਗਾ ਹੈ? ਮੈਂ ਪੈਰ ਰੱਖਣ ਲੱਗਾ ਰਕਾਬ 'ਤੇ, ਮੈਨੂੰ ਗਿਆਨ ਦਿਓ। ਕਹਿੰਦੇ ਤੂੰ ਭੋਲਾ ਹੋ ਗਿਆ, ਰਕਾਬ ਕਿਹਦੀ ਹੈ? ਤੇਰਾ ਪੈਰ ਕਿਹਦਾ ਹੈ? ਘੋੜਾ ਕਿਹਦਾ ਹੈ? ਤੂੰ ਮੈਨੂੰ ਪਹਿਲਾਂ ਦੇ ਦਿੱਤਾ ਸਭ ਕੁਛ, ਤਨ ਮਨ ਧਨ ਦੀ ਕੁਰਬਾਨੀ ਦੇ ਦਿੱਤੀ ਹੈ, ਤੇਰਾ ਤੇ ਕੱਖ ਵੀ ਨਹੀਂ, ਨਾ ਤੇਰਾ ਘੋੜਾ, ਨਾ ਰਕਾਬ, ਨਾ ਤੇਰਾ ਪੈਰ, ਨਾ ਤੂੰ ਹੈਗਾ। ਤੂੰ ਮੇਰੇ ਹਵਾਲੇ ਹੋ ਗਿਆ ਸਾਰਾ ਕੁਛ। ਤੂੰ ਮੈਨੂੰ ਕੁਰਬਾਨੀ ਦੇ ਦਿੱਤੀ, ਤਨ ਮਨ ਧਨ ਦੀ ਭੇਟਾ ਨਹੀਂ ਕਰ ਦਿੱਤੀ। ਰਾਜਾ ਚੁੱਪ ਕਰਕੇ ਬਹਿ ਗਿਆ। ਚੁੱਪ ਕਰਕੇ ਬੈਠ ਜਾ, ਤੇਰਾ ਕੁਛ ਨਹੀਂ ਰਿਹਾ ਹੁਣ। ਜਦੋਂ ਸਾਰੇ ਦਰਖਤਾਂ ਦੀਆਂ ਜੜ੍ਹਾਂ ਕੱਟੀਆਂ ਜਾਣ, ਦਰਖਤ ਡਿੱਗ ਪੈਂਦਾ। ਸਾਰੇ ਮੋਹ ਦੀਆਂ ਜੜ੍ਹਾਂ ਸਾਡੀਆਂ ਛਾਈਆਂ ਚਾਰ ਚੁਫੱਕੇ, ਉਹ ਮੋਹ ਦੀਆਂ ਜੜ੍ਹਾਂ ਸਾਡੀਆਂ ਜਿਹੜੀਆਂ ਕੱਟੀਆਂ ਨਹੀਂ ਜਾਂਦੀਆਂ। ਰਾਜੇ ਦੇ ਸਾਰੇ ਮੋਹ ਦੀਆਂ ਜੜ੍ਹਾਂ ਕੱਟੀਆਂ ਗਈਆਂ। ਤੇਰਾ ਰਾਜਾ ਨਾ ਕੋਈ ਧਨ, ਨਾ ਖਜ਼ਾਨੇ, ਨਾ ਫੌਜਾਂ, ਨਾ ਹੀ ਲਸ਼ਕਰ, ਨਾ ਹੀ ਰਾਜ ਪਾਠ, ਤੇਰਾ ਹੁਣ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ, ਤੂੰ ਸਭ ਕੁਝ ਦੇ ਦਿੱਤਾ ਹੈਗਾ। ਚੁੱਪ ਕਰਕੇ ਬੈਠ ਜਾ। ਚੁੱਪ ਕਰਕੇ ਬਹਿ ਗਿਆ। ਦੇਖੀ ਮੇਰੇ ਸਰੀਰ ਨੂੰ ਲਾਈ ਨਾ, ਮੇਰੇ ਮਨ ਨੂੰ ਕਿਤੇ ਬਾਹਰ ਨਾ ਜਾਣ ਦੇਈਂ। ਅਗਰ ਤੂੰ ਬਾਹਰ ਜਾਣ ਦੇਗਾ, ਕਿਤੇ ਦੇਖੇਗਾ, ਤੈਨੂੰ ਪਾਪ ਲੱਗੇਗਾ। ਡਰ ਪਾ ਦਿੱਤਾ। ਚੁੱਪ ਕਰਕੇ ਬੈਠ ਗਿਆ। ਜਰਾ ਧਿਆਨ ਦਿੱਤਾ, ਸੁਰਤੀ ਖਿੱਚ ਕੇ ਉੱਪਰ ਲੈ ਗਏ, ਉੱਪਰਲੇ ਮੰਡਲਾਂ ਵਿੱਚ ਲੈ ਗਏ, ਸ਼ਬਦ ਨਾਲ ਜੋੜ ਦਿੱਤਾ। ਗਿਆਨ ਗੱਲਾਂ ਦਾ ਨਹੀਂ ਹੈ। ਅਸੀਂ ਬਹੁਤ ਸਾਰੇ ਲੋਕ ਗੱਲਾਂ ਦਾ ਗਿਆਨ ਕਰਦੇ ਹਾਂ। ਫਕੀਰਾਂ ਦਾ ਉਹ ਗਿਆਨ ਨਹੀਂ। ਫਕੀਰਾਂ ਦਾ ਗਿਆਨ ਹੈ ਸ਼ਬਦ, ਜਿਹੜਾ ਸਾਡੇ ਅੰਦਰ ਆ ਰਿਹਾ ਹੈ ਔਰ 24 ਘੰਟੇ ਆ ਰਿਹਾ ਹੈ। ਅਸੀਂ ਉਸ ਸ਼ਬਦ ਨਾਲ ਆਪਣਾ ਕਨੈਕਸ਼ਨ ਜੋੜਨਾ ਹੈ। ਉਹ ਸ਼ਬਦ ਨੂੰ ਅਸੀਂ ਸੁਣਨਾ ਹੈ। ਉਹ ਸਾਡਾ ਅਸਲੀ ਗਿਆਨ ਹੈ। ਗੱਲਾਂ ਦਾ ਗਿਆਨ ਤਾਂ ਨਹੀਂ ਫਕੀਰਾਂ ਦਾ ਹੁੰਦਾ, ਇਹ ਆਮ ਦੁਨੀਆ ਦਾ ਹੁੰਦਾ ਹੈ। ਉੱਪਰ ਜਦ ਸ਼ਬਦ ਦੀ ਰਸ ਲਿਆ, ਉਹ ਖੁਸ਼ੀ, ਉਹ ਨਜ਼ਾਰਾ। ਜਦੋਂ ਰੂਹ ਥੱਲੇ ਆਈ, ਰਾਜੇ ਨੂੰ ਪੁੱਛਿਆ, ਰਾਜਾ ਗਿਆਨ ਹੋਇਆ ਕਿ ਨਹੀਂ? ਕਹਿੰਦਾ ਜੀ ਹੋ ਗਿਆ। ਕੋਈ ਕਸਰ ਤਾਂ ਨਹੀਂ ਰਹੀ? ਕਹਿੰਦੇ ਕੋਈ ਕਸਰ ਨਹੀਂ ਰਹੀ। ਇਹ ਫੜ ਫਿਰ ਆਪਣਾ ਰਾਜ ਪਾਠ ਸਾਂਭ, ਮੇਰਾ ਕਰਕੇ ਕਰੀ। ਕੋਈ ਲੁੱਟੇ ਪੁੱਟੇ, ਮੈਂ ਜਮਾਵਾਰ ਹਾਂ। ਤੂੰ ਭਜਨ ਕਰਨਾ, ਤੂੰ ਭਜਨ ਕਰਨਾ ਹੈ। ਇਹ ਰਾਜ ਸਾਂਭ। ਇਸ ਵਾਸਤੇ ਉਹ ਦੌਲਤ ਜਿਹੜੀ ਹੈ, ਸਤਿਗੁਰ ਨੂੰ ਨਹੀਂ ਚਾਹੀਦਾ ਤਨ ਮਨ। ਸਤਿਗੁਰ ਨੂੰ ਕੀ ਜ਼ਰੂਰਤ ਹੈ ਤਨ ਮਨ ਦੀ?
ਸਿਰਫ ਇਹਦਾ ਕਨਸ਼ਕਨ ਤੋੜਦਾ ਹੈ। ਇਹਦਾ ਜਿਹੜਾ ਕਨਸ਼ਕਰੇ ਦੀਆਂ ਜੜ੍ਹਾਂ ਜਿਹੜੀਆਂ ਫੈਲੀਆਂ ਨੇ ਉਹਨਾਂ ਨੂੰ ਤੋੜਨ ਵਾਸਤੇ, ਖਤਮ ਕਰਨ ਵਾਸਤੇ ਜਾਣੇ ਉਹ ਤਨ ਮਨ ਦੀ ਕੁਰਬਾਨੀ ਲੈਂਦੇ ਕਿ ਜੜ੍ਹਾਂ ਟੁੱਟ ਜਾਣੀਆਂ ਮੋਹ ਦੀਆਂ, ਲੋਭ ਦੀਆਂ, ਇਹ ਬਿਲਕੁਲ ਨਿਰੋਲ ਹੋ ਜਾਏ ਔਰ ਆਪਣੇ ਦੇਸ਼ ਚਲਾ ਜਾਏ। ਸਤਿਗੁਰੂ ਨੂੰ ਕੀ ਜ਼ਰੂਰਤ ਹੈ ਇਹਦੇ ਤਨ ਮਨ ਦੀ? ਉਸੇ ਨੂੰ ਰਾਜ ਸਾਂਭ ਦਿੱਤਾ, ਖਜ਼ਾਨੇ ਸਾਂਭ ਦਿੱਤੇ, ਫੌਜਾਂ ਸਾਂਭ ਦਿੱਤੀਆਂ, ਸਾਂਭ ਆਪਣਾ ਰਾਜ ਪਾਠ। ਇਸ ਵਾਸਤੇ ਜੋ ਕੁਛ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ। ਹਾਂਜੀ, ਸਤ ਸੰਗ ਕਰੋ ਸੰਤ ਕੋ ਸੇਵੋ, ਤਨ ਮਨ ਕਰੋ ਕੁਰਬਾਨ। ਸਤਿਗੁਰ ਸ਼ਬਦ ਸੁਨੋ ਗਗਨਾ ਝਾੜ, ਚੇਤ ਲਗਾਓ ਆਪਣਾ ਧਿਆਨ। ਸੰਤ ਮਹਾਂਪੁਰਖ ਜਿਹੜੇ ਸ਼ਬਦ ਵਿਆਸੀ ਨੇ ਉਹ ਇਹੀ ਸਾਨੂੰ ਸਿੱਖਿਆ ਦਿੰਦੇ ਹੈ ਕਿ ਤੂੰ ਆਪਣੇ ਤਨ ਮਨ ਦੀ ਕੁਰਬਾਨੀ ਦੇਵੇ, ਇਹਦਾ ਧਿਆਨ ਛੱਡ ਦੇ। ਅੰਦਰ ਤੇਰੇ ਸ਼ਬਦ ਆ ਰਿਹਾ, ਤੂੰ ਉਹ ਸ਼ਬਦ ਸੁਣ, ਆਪਣਾ ਧਿਆਨ ਪੂਰਾ ਲਗਾ ਦੇ। ਸਾਡਾ ਧਿਆਨ ਜਿਹੜਾ ਇਹ ਤਨ ਮਨ ਧਨ ਦੇ ਵਿੱਚ ਹੀ ਰਹਿੰਦਾ ਏ, ਉੱਪਰ ਨਹੀਂ ਜਾਂਦਾ। ਕਿਉਂ ਨਹੀਂ ਜਾਂਦਾ? ਕਿ ਅਸੀਂ ਇਹਦਾ ਕਨਸ਼ਕਨ ਤੋੜਦੇ ਨਹੀਂ। ਜਦੋਂ ਕੋਈ ਤਾਰ ਟੁੱਟ ਜਾਂਦੀ ਹੈ ਫਿਰ ਉਹ ਤਾਰ ਵੱਜਦੀ ਨਹੀਂ। ਫਕੀਰ ਇਸ ਦਾ ਕਨਸ਼ਕਨ ਤੋੜ ਕੇ ਔਰ ਸ਼ਬਦ ਦੇ ਨਾਲ ਕਨਸ਼ਕਨ ਲਗਾ ਦਿੰਦੇ ਹੈ। ਉਹ ਤੇਰੇ ਅੰਦਰ ਸ਼ਬਦ ਆ, ਉਸ ਨੂੰ ਸੁਣ ਔਰ ਬੜੇ ਧਿਆਨ ਦੇ ਨਾਲ ਸੁਣ। ਹਾਂਜੀ, ਸਤਿਗੁਰ ਸ਼ਬਦ ਸੁਨੋ ਗਗਨਾ ਝਾੜ, ਚੇਤ ਲਗਾਓ ਆਪਣਾ ਧਿਆਨ। ਜਾਗਤ ਜਾਗਤ ਅਬ ਮਨ ਜਾਗਾ, ਝੂਠਾ ਲਗਾ ਜਹਾਨ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜਾਗਤ ਜਾਗਤ ਅਬ ਮਨ ਜਾਗਾ। ਭਾਈ ਯਕਦਮ ਦਾ ਕੰਮ ਨਹੀਂ, ਇਹ ਹੌਲੀ ਹੌਲੀ ਸਹਿਜੇ ਸਹਿਜੇ ਜਿਉਂ-ਜਿਉਂ ਭਜਨ ਕਰਦਾ ਹੈ ਜੀਵ, ਇਸ ਦੁਨੀਆ ਦਾ ਮੋਹ ਮਾਇਆ ਤੋਂ ਅਲੱਗ ਹੋਣਾ ਸ਼ੁਰੂ ਹੋ ਜਾਂਦਾ ਹੈ, ਕਨਸ਼ਕਨ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਇੱਕ ਦਿਨ ਦਾ ਕੰਮ ਨਹੀਂ ਹੈ। ਆਸਤੇ ਆਸਤੇ ਜਿਸ ਜਹਾਨ ਨੂੰ ਅਸੀਂ ਪਿਆਰਾ ਸਮਝਦੇ ਹਾਂ, ਜਿਸ ਦੁਨੀਆ ਨੂੰ ਅਸੀਂ ਪਿਆਰੇ ਸਮਝਦੇ ਹਾਂ, ਜਦੋਂ ਅਸੀਂ ਅੰਦਰ ਉਸ ਸ਼ਬਦ ਦੇ ਨਾਲ ਸਾਡਾ ਪਿਆਰ ਲੱਗੇਗਾ ਤਾਂ ਅਸੀਂ ਇਸ ਨੂੰ ਕੁਛ ਵੀ ਨਹੀਂ ਸਮਝਣਾ। ਫਿਰ ਇਹਦਾ ਪਿਆਰ ਕੁਛ ਵੀ ਨਹੀਂ ਹੈਗਾ। ਉਹ ਸ਼ਬਦ ਦੇ ਨਾਲ ਜਿਹੜਾ ਸ਼ਬਦ ਦੀ ਲਜ਼ਤ, ਸ਼ਬਦ ਦਾ ਸਵਾਦ, ਜਿਹੜਾ ਉਸ ਦੁਨੀਆ ਦਾ, ਜਿਹੜੀ ਅਗਲੀ ਦੁਨੀਆ ਸਾਡੀ, ਜਦੋਂ ਅਸੀਂ ਉਹਦੇ ਵਿੱਚ ਚਲੇ ਜਾਂਦੇ ਹਾਂ, ਉਹਦੀ ਐਸ਼ੋ ਅਸ਼ਰਤ ਜਿਹੜੀ ਹੈ ਇਹ ਬਰਾਬਰ ਉਹਦੇ ਕੁਛ ਵੀ ਨਹੀਂ ਨਜ਼ਰ ਆਉਂਦੀ ਹੈਗੀ। ਇਹ ਕੁਛ ਵੀ ਨਹੀਂ, ਪੈਸੇ ਰੁਪਈਏ ਜੋ ਪੈਸਾ ਵੀ ਨਜ਼ਰ ਨਹੀਂ ਆਉਂਦੀ। तो गुरु साहब जी बाणी च जो फरमा रहे, ठीक फरमा रहे है कि जागत जागत अब मन जागा, झूठा लगा जहान। ये जिसनों सच्चा समझा है, इसनों फिर झूठा समझना शुरू कर देंगे। है भी झूठा हैगा, रहन वाली कोई सच्ची चीज़ भी नहीं, आओ जाई का सिलसिला हैगा। ये गुरु साहब जी फरमाउंदे होंदे ही कि स्टेशन समझ लो, स्टेशन ते भीड़ बनी रहिंदी है, कोई गड्डी आ गई कोई चला गई। दादू साहब ने इस नूं पंसारी दा हट फरमाया। दादू साहब ने एक पंसारी दा हट कहा कि पंसारी दा हट है, कई सौदा लै गए कई लैण आ गए। ये संसार नूं ये थिर रहन वाला नहीं है। हाँ जी, जागत जागत अब मन जागा, झूठा लगा जहान।
मन की मदद मिली सुरत को, दोनों अपने महल समान। स्वामी जी महाराज एक शब्द विच सुरत नूं कहा कि है सुरत तू कल्ले नहीं आउणा, अपने मन नूं नाल लैके आ, तू कल्ले नहीं आउणा। मन नूं साथ लियाउण वास्ते सुरत देखो कितनी तारीफ करदी है। हे मन, मैनू सतगुर दा हुक्म है कि मन नूं साथ लैके आ। देख मैं जुगां जुगां दी तेरी दासी हाँ, तू सब तो बड़ा है। मेरा एक कहना मन लै कि मेरे साथ चल। स्वामी जी महाराज फरमाया कि मन नूं नाल लैके आ, देखी किते कली नाम है। मन की इतनी तारीफ की सुरत ने कि तू त्रिलोकी नाथ है, सब दुनिया तेरे अंडर विच है, तू बड़ा है। मैं भी तेरी जन्म जन्म की दासी हाँ। मेरा एक कहना मन लै कि मेरे सतगुर दा हुक्म है कि मन नूं साथ लैके आ। मन तारीफ दे विच आके सुरत नाल तुरना शुरू हो गया। ब्रह्म दी ऐंस है मन, ब्रह्म तक जांदियां कोई किसी नूं प्रॉब्लम नहीं आ सकती। जिसने पिछे पिछे तुरना उन्होंने कोई मुश्किल नहीं हो सकती। सुरत और मन, बाणी जी गुरु साहब जी फरमा रहे हैं कि दोनों ही अपने ठिकाने ते पहुँच गए। उत्थे एक पुड़ुल बनया है, ਉਹਦੇ ਅੱਗੇ ਬਾਰਡਰ ਹੈ, ਉਹ ਬਾਰਡਰ ਮਨ ਨਹੀਂ ਟੱਪ ਸਕਦਾ। ਉੱਥੋਂ ਸੁਰਤ ਸਲਾਂਗ ਮਾਰ ਕੇ ਆਪਣੇ ਚੌਥੇ ਦੇਸ਼ ਵਿੱਚ ਚਲਾ ਜਾਂਦੀ ਹੈ। ਮਨ ਉੱਥੇ ਰਹਿੰਦਾ ਹੈਗਾ। ਮਨ ਆਪਣੇ ਕਾਰ ਵਿਹਾਰ 'ਚ ਫਸ ਜਾਂਦਾ ਹੈ। ਆਪਣਾ ਘਰ ਦੇਖਣਾ ਸ਼ੁਰੂ, ਜਿਸ ਤਰ੍ਹਾਂ ਕੋਈ ਸਾਲ 2 ਸਾਲ ਦੇ ਬਾਅਦ ਕੋਈ ਬਾਹਰੋਂ ਮੁਲਾਜ਼ਮ ਆਉਂਦਾ ਹੈ ਆਪਣੇ ਘਰ, तो अपने पशु देखता है, घर बार देखता है, खेतीबाड़ी देखता है। इस तरह मन अपने देखो देखी च लग गया। सुरत ने सलांग मारी अपने देश चला गई। फिर मन उत्थे रोना पिटना मन नूं पै गया। ये जिहड़ा रोना पिटना है, उस वक्त मन ने भी अपनी छाती कुटी, मथे नूं हथ लाए, रोना कि मेरे पंजे चों सुरत निकल गई है। ये रोना उथों बनया है। मन भी रोया, मन भी अपने शरीर नूं कुटिया उसने। हाँ जी। मन की मदद मिली सुरत को, दोनों अपने महल समान। बिना शब्द ये मन नहीं जागे, करो चाहे कोई अनेक विधान। गुरु साहब जी बड़े प्यार दे नाल फरमा रहे है कि बगैर शब्द ये मन जागदा नहीं। तुसी लखां ही पाक कर लो, जो मर्जी कर लो, ये मन की खुराक है। ਜਿਹੜੇ ਅਸੀਂ ਮਨ ਨੂੰ ਜਗਾਉਣ ਵਾਸਤੇ ਕਰਮ ਕਰਦੇ ਹਾਂ, ਵਰਤ ਰੱਖਦੇ ਹਾਂ, ਜਲ ਜਾਂ ਅਸੀਂ ਤੀਰਥ ਕਰਦੇ ਹਾਂ, ਜਗ ਮੋਸ਼ੇ ਕਰਦੇ ਹਾਂ, ਇਹ ਮਨ ਦੀ ਖੁਰਾਕ ਹੈ। ਕਿਉਂਕਿ ਅਸੀਂ ਕਰਕੇ ਹੰਕਾਰੀ ਹੋ ਜਾਂਦੇ ਹਾਂ, ਮਾਣ ਆ ਜਾਂਦਾ ਸਾਡੇ ਵਿੱਚ। ਇਹ ਮਨ ਦੀ ਸਾਰੀ ਖੁਰਾਕ ਹੈ। ਇਹਨਾਂ ਦੇ ਨਾਲ ਮਨ ਕਦੀ ਜਾਗ ਨਹੀਂ ਸਕਦਾ, ਇਹ ਮਸਤ ਹੋਇਆ ਹੈਗਾ। ਹਾਂਜੀ। बिना शब्द ये मन नहीं जागे, करो चाहे कोई अनेक विधान। यही उपाओ छांट कर गाया, और
ਉਪਾਉ ਨਾ ਕਰ ਪਰਮਾਨ। स्वामी जी महाराज बड़े प्यार दे नाल फरमा रहे है कि ये पाओ असी छांट के सब कुछ देख के ते आ तरीका दस्या है। इस तरीके दे बिना मन जाग नहीं सकता, शब्द की ताकत दे बिना मन नहीं जाग सकता। भाई शब्द की कमाई करो, मेहनत करो। वो शब्द साढ़े अंदर आ रहा है, उहदे विच बड़ा रस है, बड़ा स्वाद है। वो चख के देखो किस तरह का है। क्या दुनिया फिर बाबे फरीद ने जो दसिया है, खंड शक्कर नापत माखियो माझा दुध, ये सब वस्तुओं मिठियाँ पर रब ना पूजन तुद। दुनिया दियाँ सारियां चीज़ां जड़ियाँ मिठियाँ दसियां ने, पर जेड़ा उस शब्द का स्वाद है उहदे नाल कोई मुकाबला नहीं कर सकती। कोई भी चीज़ मुकाबला नहीं कर सकती। शब्द का स्वाद इस तो वध है, बढ़िया है। जिन्हां फकीरां ने अंदर स्वाद लिया, बेशक उन्होंने जेलों दे विच जाना पिया जां होर दुख सहना पे, लेकिन उन्होंने वो स्वाद नहीं छड्डिया। उस स्वाद नूं छड्डिया नहीं। उन्हां दे नाल बहुत बहुत नाजायज़ काम होए, तकलीफां होईयां, लेकिन उस शब्द नूं छड्डिया नहीं। उहदे विच बहुत स्वाद है। उहदे नाल ही असी अपने घर जा सकते हैं, साडी मुक्ति हो सकती है, और कोई उपाय नहीं। हाँ जी। यही उपाओ छांट कर गाया, और उपाओ ना कर परमान। बिरथा बैस बितावे अपनी, लगे ना कभी ठिकान। गुरु साहब जी बड़े प्यार दे नाल फरमा रहे है कि जो कुछ भी तू करदा है ये सब व्यर्थ है, किसी ठिकाने नहीं लगता। भाई एवें ही तेरी जिंदगी चला जाती है। जो काम करना है सो असी करते नहीं, जेड़े फजूल काम ने उन्हां दे विच साड़ी जिंदगी भुगत जाती है। बाबे फरीद ने फरमाया है, बुढ़ा होया फरीद कंबन लगी दे, सै बनिया जीवना जे तन भी हो सीखे। सै बरे जी के भी ये कर्म करके साड़ा कुछ नहीं बन सकता। ये आखिर शरीर मिट्टी च मिलना ही मिलना हैगा, पर साड़ा कम नहीं बनेगा। साड़ा काम तद बन सकता जो गुरु साहब जी फरमा रहे ने कि शब्द दे नाल तेरे कनैक्शन जुड़ना चाहिए। वो शब्द सचखंड देश चों आ रहा है और जा रहा है। जद असी उस शब्द नाल जुड़ांगे, एक दिन असी जरूर अपने देश पहुँच जावांगे। असी कदे पीछे नहीं रह सकते, पर कनैक्शन जुड़ना चाहिए। मिकनातीस लोहा जिहड़ा तुसी देखते हो, वो दूसरे लोहे नूं खिंच के अपने पास ले आउंदा है, पर जे उहदे विच गंढे दी झिली दा पर्दा रख दिओ तो दूसरे लोहे नूं खिंच नहीं सकता। ये श्री गुरु रविदास महाराज ने भी फरमाया कि मैं मेरी नूं छड्ड के भजन कर। वो मैं मेरी दा साडा पड़दा जिहड़ा विच जद तक वो साफ नहीं होंदा, इन्ने चिर साडा कनैक्शन उस शब्द नाल नहीं जुड़दा। असी अपने आप नूं कमज़ोर कहना है, जिस तरह महाराज चौथी पातशाही ने फरमाया है कि है मेरे मालक मैं कुछ भी नहीं। लोहे की मैल दस्या है, लोहे की मैल जिहड़ी है वो किसी काम नहीं आउंदी।
ਕੋਈ ਗੁਣ ਨਹੀਂ ਸਾਡੇ ਵਿੱਚ, ਅਸੀਂ ਲੋਹੇ ਦੀ ਮੈਲ ਹਾਂ। ਪਰ ਮਿਲ ਸਤਿਗੁਰ ਕੈਂਚਨ ਕੀਜੇ, ਸਤਿਗੁਰ ਦੇ ਨਾਲ ਮਿਲੇ ਅਸੀਂ ਪਾਰਸ ਬਣ ਗਏ। ਲੋਹੇ ਦੀ ਮੈਲ ਜਿਹੜੀ ਹੁੰਦੀ ਹੈ ਉਹ ਕਿਸੇ ਕੰਮ ਨਹੀਂ ਆਉਂਦੀ। ਉਹ ਭਾਵੇਂ ਜਿੰਨਾ ਚਿਰ ਮਰਜ਼ੀ ਜ਼ਮੀਨ 'ਚ ਦੱਬ ਦਿਓ, ਕਦੇ ਖੁੱਲ੍ਹਦੀ ਨਹੀਂ ਹੈਗੀ। ਆਪਣੇ ਕਰਮ ਗੁਰੂ ਸਾਹਿਬ ਜੀ ਫਰਮਾਉਂਦੇ ਆ, ਹੈ ਮੇਰੇ ਸਤਿਗੁਰ ਅਸੀਂ ਉਸ ਮਨੂਰ ਦੀ ਤਰ੍ਹਾਂ, ਸਾਡੇ 'ਚ ਕੋਈ ਗੁਣ ਨਹੀਂ, ਪਰ ਮਿਲ ਸਤਿਗੁਰ ਪਾਰਸ ਕੀਜੇ, ਕਿ ਅਸੀਂ ਸਤਿਗੁਰ ਦੇ ਨਾਲ ਮਿਲੇ, ਉਹਨਾਂ ਦਾ ਕਹਿਣਾ ਮੰਨਿਆ ਤਾਂ ਅਸੀਂ ਪਾਰਸ ਬਣ ਗਏ, ਕੈਂਚਣ ਬਣ ਗਏ, ਸੋਨਾ ਬਣ ਗਏ। ਲੋਹੇ ਦੀ ਮੈਲ ਜਿਹੜੀ ਹੁੰਦੀ ਹੈ ਉਹਨੂੰ ਮਨੂਰ ਕਿਹਾ ਜਾਂਦਾ ਹੈ। ਉਹ ਇੰਨੀ ਸਖਤ ਹੋ ਜਾਂਦੀ ਹੈ ਕਿ ਉਹ ਕਿਸੇ ਕੰਮ 'ਚ ਨਹੀਂ ਆ ਸਕਦੀ। ਦੇਖੋ ਸੰਤ ਆਪਣੇ ਆਪ ਨੂੰ ਕਿਤਨਾ ਗਰਾਉਂਦੇ ਹੈ, ਕਿਤਨਾ ਕਮਜ਼ੋਰ ਦੱਸਦੇ ਹੈ। ਮਾਣ ਕਰਕੇ ਅਸੀਂ ਨਹੀਂ ਲੈ ਸਕਦੇ ਕੁਝ ਵੀ, ਬੇਮਾਨੇ ਹੋਣਾ ਪੈਂਦਾ ਹੈ। ਕਿਸੇ ਚੀਜ਼ ਦਾ ਵੀ ਮਾਣ ਨਹੀਂ ਕਰਨਾ ਪੈਂਦਾ। ਨਾ ਅਸੀਂ ਇਹ ਦੇਸ਼ ਦਾ ਮਾਣ ਕਰੀਏ, ਨਾ ਆਪਣੇ ਸਰੀਰ ਦਾ ਮਾਣ ਕਰੀਏ, ਨਾ ਦੌਲਤ ਮਾਇਆ ਦਾ ਮਾਣ ਕਰੀਏ। ਇਹ ਸਭ ਨਾਸ਼ਵਾਨ ਹੈ। ਸਾਡਾ ਸਰੀਰ ਵੀ ਕੀ ਹੈਗਾ। ਸਵਾਮੀ ਜੀ ਇੱਕ ਸ਼ਬਦ ਫਰਮਾਉਂਦੇ ਮਨ ਦੀ ਹਾਲਤ ਹੈ, ਮਨ ਤੂੰ ਕਿਸ ਚੀਜ਼ ਦਾ ਮਾਣ ਕਰਦਾ ਹੈ, ਕਿਹੜੀ ਚੀਜ਼ ਤੇਰੇ ਸਾਥ ਆਈ, ਕਿਹੜੇ ਚੀਜ਼ ਤੇਰੇ ਸਾਥ ਜਾਣੀ ਹੈ। ਜੇ ਸਰੀਰ ਦਾ ਮਾਣ ਕਰਦਾ ਹੈ, ਇਹ ਸਰੀਰ ਨੇ ਮਿੱਟੀ 'ਚ ਮਿਲ ਜਾਣਾ, ਔਰ ਤੇਰੀ ਰੂਹ ਆਤਮਾ ਜਿਹੜੀ ਹੈ ਉਸ ਨੂੰ 84 'ਚ ਜਾਣਾ ਪੈਣਾ। ਕਿਹੜੀ ਚੀਜ਼ ਦਾ ਮਾਣ ਕਰਦਾ ਹੈ ਤੂੰ। ਫਕੀਰ ਮਾਣ ਨਹੀਂ ਕਰਦੇ, ਉਹ ਮਾਣ ਕਰਦੇ ਹੈ ਆਪਣੇ ਪਰਮਾਤਮਾ ਦਾ। ਤੇਰੇ ਉੱਤੇ ਬਹੁ ਮਾਨੀ ਹੈ ਪ੍ਰਭੂ, ਹੈ ਮੇਰੇ ਮਾਲਕ, ਮੇਰਾ ਮਾਣ ਤੇਰੇ 'ਤੇ ਹੈ, ਔਰ ਕਿਸੇ ਚੀਜ਼ 'ਤੇ ਮਾਣ ਨਹੀਂ ਹੈ। ਹਾਂਜੀ। ਜਿਥਾ ਬੈਸ ਬਿਤਾਵੇ ਆਪਨੀ, ਲਗੇ ਨਾ ਕਭੀ ਠਿਕਾਨ। ਗੁਰੂ ਸਾਹਿਬ ਜੀ ਸਾਫ਼ ਕਹਿ ਰਹੇ ਹੈ ਕਿ ਤੇਰੀ ਐਵੇਂ ਹੀ ਉਮਰ ਚਲਾ ਜਾਏਗੀ, ਕਿਸੇ ਟਿਕਾਣੇ ਨਹੀਂ ਲੱਗੇਗੀ। ਕੋਈ ਫਾਇਦਾ ਨਹੀਂ ਜਨਮ ਦਾ। ਜੇ ਮਨੁੱਖਾ ਜਨਮ ਵੀ ਲਿਆ ਤਾਂ ਅਸੀਂ ਜੋ ਵੀ ਕਰਮ ਕਰਦੇ ਹਾਂ ਆਪਣੀ ਮਰਜ਼ੀ ਦੇ ਨਾਲ, ਉਹ ਸਾਡੇ ਕਰਮ ਜਿਹੜੇ ਹੈ ਸਾਨੂੰ ਕੁਛ ਨਹੀਂ ਕਰ ਸਕਦੇ, ਕੁਛ ਨਹੀਂ ਉਹਨਾਂ ਨਾਲ ਮਿਲ ਸਕਦਾ। ਅਸੀਂ ਸਤਿਗੁਰ ਦੇ ਕਹਿਣੇ ਕਰਮ ਕਰੀਏ, ਜੋ ਸਾਨੂੰ ਦੱਸਣ, ਜੋ ਸਾਡੇ 'ਤੇ ਜਿਸ ਤਰ੍ਹਾਂ ਵੀ ਸਾਨੂੰ ਸਮਝਾਉਣ, ਉਸ ਤਰ੍ਹਾਂ ਹੀ ਅਸੀਂ ਕਰਮ ਕਰੀਏ, ਫਿਰ ਸਾਨੂੰ ਕੋਈ ਫਾਇਦਾ ਮਿਲ ਸਕਦਾ, ਨਹੀਂ ਤਾਂ ਨਹੀਂ। ਹਾਂਜੀ। ਬਿਰਥਾ ਬੈਸ ਬਤਾਵੇ ਆਪਨੀ, ਲਗੇ ਨਾ ਕਭੀ ਠਿਕਾਨ। ਸੰਤ ਬਿਨਾ ਸਭ ਪਟ ਕੇ ਡੋਲੇ, ਬਿਨਾ ਸੰਤ ਨਹੀਂ ਸ਼ਬਦ ਪਛਾਨ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਆ, ਭਾਈ ਸੰਤਾਂ ਦੇ ਬਿਨਾਂ ਸਾਰੇ ਭੜ ਕੇ ਖਾਂਦੇ ਆ, ਅਸੀਂ ਡੋਲਦੇ ਰਹਿੰਦੇ ਹਾਂ। ਬਿਨਾ ਸੰਤ ਨਹੀਂ ਸ਼ਬਦ ਪਛਾਣ। ਸੰਤ ਮਹਾਂਪੁਰਖ ਹੀ ਉਸ ਸ਼ਬਦ ਦੀ ਪਛਾਣ ਕਰਦੇ ਹੈ, ਔਰ ਅਸੀਂ ਉਹਨਾਂ ਦੀ ਸ਼ਰਨ ਲੈ ਕੇ, ਉਹਨਾਂ ਪਾਸੋਂ ਅਸੀਂ ਜੁਗਤੀ ਲੈ ਕੇ ਅਸੀਂ ਵੀ ਮਿਹਨਤ ਕਰੀਏ, ਅਸੀਂ ਵੀ ਉਹ ਸ਼ਬਦ ਦੀ ਪਛਾਣ ਕਰੀਏ ਕਿ ਉਹ ਕੀ ਚੀਜ਼ ਹੈ, ਕਿਹੜੀ ਤਾਕਤ ਹੈ, ਕਿਹੜੀ ਪਾਵਰ ਹੈ ਉਹ ਪਰਮਾਤਮਾ ਨੇ ਬਣਾਈ ਹੋਈ ਕਿ ਜਿਹਦੇ ਨਾਲ ਸਾਡੀ ਕਲਿਆਣ ਹੋ ਸਕਦੀ ਹੈ। ਉਹ ਸੰਤਾਂ ਮਹਾਂਪੁਰਖਾਂ ਨੂੰ ਪਤਾ ਹੈ। ਹਾਂਜੀ। ਸੰਤ ਬਿਨਾ ਸਭ ਪਟ ਕੇ ਡੋਲੇ, ਬਿਨਾ ਸੰਤ ਨਹੀਂ ਸ਼ਬਦ ਪਛਾਨ।
शब्द शब्द मैं शब्द ही गाऊं, तू भी सुरत लगा ले तान। देखो गुरु साहब जी सानू किस तरीके नाल समझा रहे हैं कि मैं शब्द शब्द ही गा रहा, मैं कुछ होर नहीं कह रहा। तू भी अपनी सुरत नू बिल्कुल तान के सुन। जिस तरह असी बाकी काम करते हैं अपने शरीर नू बिल्कुल कायम करके, इसे तरह ही असी उस शब्द नू सुनना है। बहुत सारे लोग कई बारी अर्ज़ां करते हैं जे असी भजन बैठते हैं सानू नींद आ जाती। मैं सोचदा भी कई कुहाड़ी बांधिया नींद नहीं आती, रोटी खांदिया नींद नहीं आती, तुरद्या फिरद्या नींद नहीं आती, गड्डियां मोटरां चलाउंदियां नींद नहीं आती, तो भजन बैठिया ही नींद आती है। वह चारा करो, तरीका सोचो, आउंदी है नींद, उठ के फिर हथ मुँह धो के फिर बैठो, तगड़े हो के बैठो। आ स्वामी जी महाराज की फरमा रहे हैं कि मैं शब्द शब्द ही किया है, मैं होर कुछ नहीं किया। तू भी अपनी सुरत नूं शब्द नाल ला दे, और ला दे तान के जरा चंगी तरह तगड़ा हो के, कमज़ोरी ना दसी। जदों असी कमज़ोर दिल करते हैं अपने आप नूं आरश विच लिआउने आ, फिर असी शब्द नहीं सुन सकते। हाँ जी। शब्द शब्द मैं शब्द ही गाऊं, तू भी सुरत लगा दे तान। कर पावे 84 छूटे, जन्म मरण की होवे हान। गुरु साहब जी सब कुछ समझा के देखो किथे टिकाने सिर लिया है कि भाई तू अपना घर पालेगा, 84 तू छुट जाएगा, अपने देश चला जाएगा, बार तेनू जन्म ना लेना पेगा, बार धर्म राजे दे पेश ना होना पेगा, अपने देश चला जाएगा। पर जे शब्द की कमाई करेगा तद, वो शब्द नाल मेहनत करेगा, वो शब्द सुन और तगड़ा होके सुन। हाँ जी। कर पावे 84 छूटे, जन्म मरण की होवे हान। राधा स्वामी कहे बुझाई, बिना संत सब पट के खान। स्वामी जी महाराज शब्द समाप्त करते हुए बड़े प्यार दे नाल फरमा रहे हैं कि असी कह के समझा दिता है, बगैर संतां महापुरखां दे, बगैर उस शब्द दे सब जीव असी पढ़ के खा रहे हैं। पढ़ के रहे हैं, कोई काम कर रहा, कोई कर रहा है, और विश्वास किसी नूं भी नहीं किसी काम ते। बगैर संतां महापुरखां दे असी धक्के ही खा रहे हैं। हाँ जी। राधा स्वामी कहे बुझाई, बिना संत सब फट के खान।